संतां के कारज, आप खलोया संतां के कारज। हर कम करावण आया राम। श्री वाहिगुरु जी का खालसा, श्री वाहिगुरु जी की फतेह। अपनी सेवा आप कराए, गुरमत अंतर जागी। ਬਾਬਾ ਜੀ ਦੇ ਇੱਥੇ ਆਉਣ ਤੋਂ ਥੋੜ੍ਹੇ ਹੀ ਦਿਨਾਂ ਬਾਅਦ ਇੱਕ ਮਿਸਤਰੀ ਗੱਜਣ ਸਿੰਘ ਨੂੰ ਦਰਸ਼ਨ ਹੋਏ, ਜਿਸ ਦਾ ਖੇਤ ਬਾਬਾ ਜੀ ਦੇ ਆਸਣ ਕੋਲ ਹੀ ਸੀ। ਇਹ ਮਿਸਤਰੀ ਰਾਮ ਸਿੰਘ ਪਿੰਡ ਭੁੱਚੋ ਕਲਾਂ ਦਾ ਵਸਨੀਕ ਸੀ, ਜਿਨ੍ਹਾਂ ਦੇ ਪਰਿਵਾਰ ਦਾ ਕੁਝ ਹਿੱਸਾ ਬੀਬੀ ਵਾਲਾ ਪਿੰਡ ਵੀ ਚਲਾ ਗਿਆ ਹੈ ਅਤੇ ਕੁਝ ਇੱਥੇ ਹੀ ਰਹਿ ਗਿਆ। ਦਰਸ਼ਨ ਕਰਕੇ ਕੋਲ ਬੈਠ ਗਿਆ ਅਤੇ ਬਾਬਾ ਜੀ ਨੇ ਪਿੰਡ ਤੇ ਨਾਮ ਆਦਿ ਪੁੱਛਿਆ, ਕਿਉਂਕਿ ਪਹਿਲਾਂ ਆਪ ਪਿੰਡ, ਜਾਤ, ਗੋਤ, ਨਾਮ ਆਦਿ ਜ਼ਰੂਰ ਪੁੱਛਦੇ ਸਨ। ਗੱਜਣ ਸਿੰਘ ਨੇ ਆਪਣਾ ਸਾਰਾ ਵੇਰਵਾ ਦੇ ਕੇ ਬੇਨਤੀ ਕੀਤੀ, ਮਹਾਰਾਜ ਆਪ ਮੇਰੇ ਲਈ ਕੋਈ ਸੇਵਾ ਬਖਸ਼ੋ। ਤਾਂ ਬਾਬਾ ਜੀ ਨੇ ਬਚਨ ਕੀਤਾ ਕਿ ਕਿਸੇ ਚੀਜ਼ ਦੀ ਲੋੜ ਨਹੀਂ, ਸਭ ਸੁੱਧ ਹੈ। ਫਿਰ ਪ੍ਰੇਮੀ ਜਨ ਨੇ ਕਿਹਾ, ਪਾਤਸ਼ਾਹ ਸਰਦੀ ਦੀ ਰੁੱਤ ਆ ਰਹੀ ਹੈ, ਆਪ ਦੇ ਬੈਠਣ ਲਈ ਕੋਈ ਜਗ੍ਹਾ ਨਹੀਂ ਬਣੀ ਹੋਈ, ਜੇ ਹੁਕਮ ਹੋਵੇ ਤਾਂ ਛੋਟੀ ਕੁਟੀਆ ਹੀ ਬਣਾ ਦਿੰਦੇ ਹਾਂ। ਬਾਬਾ ਜੀ ਨੇ ਫਰਮਾਇਆ, ਚੰਗਾ, ਜੇ ਚਾਹੁੰਦਾ ਹੀ ਹੈ ਤਾਂ ਇੱਕ ਛੋਟਾ ਜਿਹਾ ਟੋਆ ਪੁੱਟ ਕੇ ਉੱਪਰ ਕਾਨੇ ਪਾ ਦੇਵੀਂ। ਫਿਰ ਆਪ ਨੇ ਮਿਸਤਰੀ ਗੱਜਣ ਸਿੰਘ ਨੂੰ ਥਾਂ ਦੱਸ ਕੇ ਮਿਣਤੀ ਦੇ ਕੇ ਇੱਛਾ ਮੁਤਾਬਕ ਟੋਆ ਕਰਵਾ ਲਿਆ ਅਤੇ ਕਾਨੇ ਲਿਆ ਕੇ ਪਾਉਣ ਲਈ ਤਾਕੀਦ ਕਰ ਦਿੱਤੀ। ਅਗਲੇ ਦਿਨ ਗੱਜਣ ਸਿੰਘ ਨੇ ਕਾਨੇ ਲਿਆ ਕੇ ਛੱਤ ਪਾ ਦਿੱਤੀ। ਆਪ ਜੀ ਨੇ ਕਹਿ ਦਿੱਤਾ, ਸ਼ੁੱਧ ਹੈ। ਗੱਜਣ ਸਿੰਘ ਨੇ ਕਿਹਾ, ਮਹਾਰਾਜ ਇਹ ਮੇਰੀ ਜ਼ਮੀਨ ਹੈ, ਤੁਸੀਂ ਇੱਥੇ ਜਿੰਨੀ ਦੇਰ ਰਹਿਣਾ ਹੈ ਰਹੋ, ਕੋਈ ਰੁਕਾਵਟ ਨਹੀਂ ਆਵੇਗੀ। ਇਸ ਥਾਂ ਉੱਤੇ ਠਾਕਰਾ ਸਿੰਘ ਹੀ ਆ ਕੇ ਜਲ ਪਾਣੀ ਅਤੇ ਪ੍ਰਸ਼ਾਦ ਆਦਿ ਦੀ ਸੇਵਾ ਕਰਦਾ ਰਿਹਾ। ਇਹ ਜਗ੍ਹਾ ਬੇਆਬਾਦ ਹੋਣ ਕਰਕੇ ਇੱਥੇ ਪਸ਼ੂ ਚਾਰਨ ਵਾਲਿਆਂ ਦੀ ਆਵਾਜਾਈ ਬਣੀ ਰਹਿੰਦੀ ਸੀ। ਇੱਥੇ ਕਾਫੀ ਸਮਾਂ ਪਸ਼ੂ ਚਾਰਨ ਵਾਲੇ ਬੱਚਿਆਂ ਨਾਲ ਖੇਡਦੇ ਰਹਿੰਦੇ ਸਨ। ਜਿਸ ਤਰ੍ਹਾਂ ਪੁਰਾਣਾ ਇਤਿਹਾਸ ਹੈ, ਇੱਕ ਵਾਰ ਸ੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਵਿਖੇ ਬੱਚਿਆਂ ਨਾਲ ਖੇਡ ਰਹੇ ਸਨ ਤਾਂ ਹਮਾਯੂੰ ਆਇਆ ਸੀ, ਕਿਉਂਕਿ ਉਸ ਦੇ ਕੋਲੋਂ ਰਾਜ ਗੱਦੀ ਚਲੀ ਗਈ ਸੀ। ਉਸ ਦੇ ਮਨ ਵਿੱਚ ਖਿਆਲ ਆਇਆ ਕਿ ਮੇਰੇ ਪਿਤਾ ਨੂੰ ਗੁਰੂ ਨਾਨਕ ਦੇਵ ਜੀ ਨੇ ਰਾਜ ਭਾਗ ਬਖਸ਼ਿਆ ਸੀ, ਮੈਂ ਵੀ ਉਹਨਾਂ ਦੇ ਕੋਲ ਹੀ ਬੇਨਤੀ ਕਰਕੇ ਦੇਖਾਂ। ਇਸ ਖਿਆਲ ਨਾਲ ਪੰਜਾਬ ਆ ਕੇ ਸਤਿਗੁਰੂ ਜੀ ਦੀ ਭਾਲ ਕਰਨ ਲੱਗਾ। ਕਿਸੇ ਨੇ ਸਰੋਤ ਦਿੱਤੀ ਕਿ ਆਪ ਤਾਂ ਜੋਤੀ ਜੋਤ ਸਮਾ ਗਏ ਹਨ, ਉਹਨਾਂ ਦੀ ਗੱਦੀ 'ਤੇ ਜਾਨਸ਼ੀਨ ਸ੍ਰੀ ਗੁਰੂ ਅੰਗਦ ਦੇਵ ਜੀ ਹਨ। ਜਦੋਂ ਉਹ ਪਤਾ ਕਰਦਾ ਕਰਦਾ ਪਹੁੰਚਿਆ ਤਾਂ ਗੁਰੂ ਅੰਗਦ ਦੇਵ ਜੀ ਬੱਚਿਆਂ ਨਾਲ ਖੇਡ ਰਹੇ ਅਤੇ ਹਮਾਯੂੰ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਉਹ ਕਾਫੀ ਦੇਰ ਖੜ੍ਹਾ ਰਿਹਾ। ਉਹ ਗੁੱਸੇ ਵਿੱਚ ਆ ਕੇ ਤਲਵਾਰ ਮਿਆਨ ਵਿੱਚੋਂ ਕੱਢਣ ਲੱਗਾ ਸੀ, ਮਨ ਵਿੱਚ ਇਹ ਸੋਚ ਕੇ ਕਿ ਮੈਂ ਬਾਦਸ਼ਾਹ ਹਾਂ, ਇਹ ਮੇਰੇ ਵੱਲ ਦੇਖਦੇ ਨਹੀਂ। ਗੁਰੂ ਸਾਹਿਬ ਨੇ ਫਰਮਾਇਆ, ਤੇਰੇ ਪਾਸੋਂ ਇਹ ਤਲਵਾਰ ਜਿੱਥੇ ਚਲਾਉਣੀ ਸੀ ਚਲਾ ਨਾ ਸਕਿਆ, ਇੱਥੇ ਚਲਾ ਕੇ ਕੀ ਕਰੇਗਾ। ਉਹ ਚਰਨਾਂ 'ਤੇ ਡਿੱਗ ਪਿਆ ਅਤੇ ਮਾफ़ੀ ਮੰਗੀ ਅਤੇ ਬੇਨਤੀ ਕੀਤੀ, ਪਾਤਸ਼ਾਹ ਇਸ ਘਰ ਵੱਲੋਂ ਬਖਸ਼ਿਆ ਹੋਇਆ ਰਾਜ ਭਾਗ ਖੁੱਸ ਗਿਆ ਹੈ, ਸੋ ਕਿਰਪਾ ਕਰੋ। ਤਾਂ ਸਤਿਗੁਰੂ ਜੀ ਨੇ ਕਿਹਾ, ਗੁਰੂ ਨਾਨਕ ਦੇਵ ਜੀ ਦਾ ਬਚਨ ਤਾਂ ਅਟਲ ਹੈ, ਪਰ ਹੁਣ ਜੇ ਤੂੰ ਆ ਕੇ ਚੁੱਪਚਾਪ ਖੜ੍ਹਾ ਰਹਿੰਦਾ ਤਾਂ ਰਾਜ ਇਸੇ ਸਮੇਂ ਵਾਪਸ ਮਿਲ ਜਾਣਾ ਸੀ, ਪਰ ਹੁਣ ਬੇਅਦਬੀ ਕਰਕੇ 12 ਸਾਲ ਪਿੱਛੇ ਪੈ ਗਿਆ ਹੈ, ਸੋ ਤੈਨੂੰ 12 ਸਾਲ ਉਡੀਕ ਕਰਨੀ ਪਵੇਗੀ। ਜਿਵੇਂ ਬਾਣੀ ਵਿੱਚ ਫਰਮਾਨ ਹੈ, ਹਰ ਕਾ ਚਿਹਨ ਸੋਈ ਹਰ ਜਨ ਕਾ, ਹਰ ਆਪੇ ਜਨਮਹਿ ਆਪ ਰਖਾਂਤ। ਵਾਕ ਅਨੁਸਾਰ ਬਾਬਾ ਜੀ ਵੀ ਬੱਚਿਆਂ ਨਾਲ ਖੇਡਦੇ ਖੇਡਦੇ ਕਈ ਕੌਤਕ ਖੇਡਦੇ ਰਹੇ ਜੋ ਅੱਗੇ ਦਰਸਾਏ ਜਾਣਗੇ। ਉਹਨਾਂ ਬੱਚਿਆਂ ਨੂੰ ਕਹਿਣਾ, ਕੀ ਖਾਣਾ ਚਾਹੁੰਦੇ ਹੋ?
ਮਹਾਰਾਜ ਕੁਛ ਵੀ ਖਵਾ ਦਿਓ। ਕਈ ਵਾਰ ਤਾਂ ਪੈਸੇ ਦੇ ਕੇ ਪਿੰਡ ਵਿੱਚ ਚੀਜ਼ ਲੈਣ ਭੇਜ ਦੇਣਾ ਤੇ ਕਦੇ ਆਪਣੇ ਕੋਲੋਂ ਹੀ ਦੇਣਾ। ਇਸ ਪ੍ਰਕਾਰ ਖੇਡਦੇ ਰਹਿਣਾ, ਆਪ ਵੀ ਪ੍ਰਸੰਨ ਰਹਿਣਾ ਤੇ ਬੱਚਿਆਂ ਨੂੰ ਵੀ ਪ੍ਰਸੰਨ ਰੱਖਣਾ। ਇਹਨਾਂ ਖੇਡਣ ਵਾਲੇ ਬੱਚਿਆਂ ਵਿੱਚ ਇੱਕ ਛੁਪੀ ਹੋਈ ਸ਼ਖਸੀਅਤ ਸੰਤ ਬਹਾਲ ਦਾਸ ਜੀ ਦੀ ਸੀ। ਜਿਨ੍ਹਾਂ ਬਾਬਾ ਜੀ ਦੇ ਕੌਤਕ ਦੇਖੇ ਤੇ ਮਨ ਵਿੱਚ ਸੇਵਾ ਭਾਵ ਦਾ ਫੁਰਨਾ ਬਣਦਾ ਗਿਆ। ਜਿਵੇਂ ਨਿੱਤ ਨਵੇਂ ਕੌਤਕ ਦੇਖਣੇ, ਮਨ ਦ੍ਰਿੜ ਹੁੰਦਾ ਗਿਆ ਕਿ ਇਹ ਰੱਬੀ ਸ਼ਕਤੀ ਦੇ ਮਾਲਕ ਹਨ। ਫਿਰ ਕੀ ਸੀ, ਮਨ ਪ੍ਰੇਰਿਆ ਗਿਆ, ਭੁੱਲ ਗਿਆ ਸੰਸਾਰ ਤੇ ਲੱਗ ਗਿਆ ਮਨ ਉਸ ਸੱਚੇ ਦੇ ਦਰ ਵਿੱਚ। ਨੋਟ: ਇਹ ਸਾਖੀ ਸਰਦਾਰ ਹਜੂਰਾ ਸਿੰਘ ਮਿਸਤਰੀ ਭੁੱਚੋ ਕਲਾਂ ਤੋਂ ਪ੍ਰਾਪਤ ਹੋਈ। ਸੰਤ ਬਹਾਲ ਦਾਸ ਦੇ ਮਨ ਅੰਦਰ ਫੁਰਨਾ ਬਣਨਾ। ਇਹਨਾਂ ਦਾ ਜਨਮ ਪਿੰਡ ਰੋੜੀ ਢੰਡਾਲ, ਜ਼ਿਲ੍ਹਾ ਬਠਿੰਡਾ ਵਿੱਚ ਹੋਇਆ। 1901 ਬਿਕਰਮੀ ਦੇ ਅੱਲ ਪੈਂਦੀ ਸੀ। ਹਾਕੂ ਲਾਲੂ ਕੇ। ਪਿਤਾ ਜੀ ਦਾ ਨਾਮ ਸਰਦਾਰ ਦੁੱਲਾ ਸਿੰਘ ਸੀ। ਆਪ 3 ਭਾਈ ਸਨ। ਵੱਡੇ ਦਾ ਨਾਮ ਸ੍ਰੀ ਗੁਰਮੁਖ ਸਿੰਘ, ਛੋਟੇ ਬਹਾਲ ਦਾਸ ਤੇ ਸਭ ਤੋਂ ਛੋਟੇ ਸਾਈਂ ਦਾਸ ਸੀ। ਬਹਾਲ ਦਾਸ ਨੇ 9 ਸਾਲ ਦੀ ਆਯੂ ਵਿੱਚ ਮਾਤਾ ਜੀ ਤੋਂ ਆਗਿਆ ਲੈ ਕੇ ਡੂੰਬ ਵਾਲੀ ਨਾਲੀ ਦੇ ਉੱਪਰ ਪਿੰਡ ਵਿੱਚ ਚਲੇ ਗਏ। ਇਹ ਪਰਿਵਾਰ ਉਦਾਸੀ ਸੰਤਾਂ ਦਾ ਸੇਵਕ ਤੇ ਖੇਤੀਬਾੜੀ ਦੀ ਕਿਰਤ ਕਰਨ ਵਾਲਾ ਸੀ। ਉਦਾਸੀ ਸੰਤਾਂ ਦਾ ਸੇਵਕ ਹੋਣ ਕਰਕੇ ਹੀ ਆਪ ਜੀ ਦਾ ਨਾਮ ਸੰਤਾਂ ਨੇ ਬਹਾਲ ਦਾਸ ਜੀ ਰੱਖਿਆ। ਡੂੰਬ ਵਾਲੀ ਆਪ ਇੱਕ ਸਾਧੂਆਂ ਦੇ ਟੋਲੇ ਨਾਲ ਰਲ ਗਏ। ਇੱਥੇ ਬਹਾਲ ਦਾਸ ਜੀ 4 ਸਾਲ ਪਿੰਡ ਵਿੱਚ ਸਾਧੂਆਂ ਦੀ ਸੇਵਾ ਕਰਦੇ ਰਹੇ। ਉਸ ਤੋਂ ਬਾਅਦ ਪਿੰਡ ਭੈਣੀ ਬਾਗਾ ਮਾਨਸਾ ਜ਼ਿਲ੍ਹੇ ਵਿੱਚ ਕੁਟੀਆ ਵਾਲੀ ਢਾਬ 'ਤੇ ਸਾਧੂਆਂ ਦੀ ਸੇਵਾ ਕਰਦੇ ਰਹੇ। ਹੁਣ ਵੀ ਇਸ ਥਾਂ ਸਾਧੂ ਮੌਜੂਦ ਹਨ। ਇੱਥੇ ਇਹਨਾਂ ਦੀ ਮਦਦ ਵਿੱਚ ਅਤਰਾ ਮੱਲ ਤੇ ਰੂਪ ਚੰਦ ਸੇਠ ਰਸਦ ਦੀ ਸੇਵਾ ਕਰਦੇ ਸਨ। ਇਸ ਥਾਂ ਆਪ ਨੇ 5 ਸਾਲ ਬਿਤਾਏ। ਇੱਥੋਂ ਹੀ ਆਪ ਸੀਮੇ ਚਲੇ ਗਏ। ਇਸ ਉਪਰੋਕਤ ਲਿਖਤ ਦਾ ਵੇਰਵਾ ਪਿੰਡ ਭੈਣੀ ਬਾਗ ਦੇ ਸਰਦਾਰ ਬਲਵੰਤ ਸਿੰਘ ਮਾਨ ਜੀ ਪਾਸੋਂ ਮਿਲਿਆ। ਬਾਬਾ ਜੀ ਪਹਿਲਾਂ ਜਿਸ ਪਿੰਡ ਰਹੇ ਸੀ ਉਸ ਵਿੱਚ ਸੰਤ ਬਹਾਲ ਦਾਸ ਜੀ ਦੀ ਭੈਣ ਜੀ ਰਹਿੰਦੇ ਸਨ, ਜੋ ਕਿ ਵਿਧਵਾ ਹੋਣ ਕਰਕੇ ਆਪ ਜੀ ਨੂੰ ਉਹਨਾਂ ਦੀ ਸਹਾਇਤਾ ਲਈ ਛੱਡਿਆ ਹੋਇਆ ਸੀ। ਆਪ ਜੀ ਪਸ਼ੂਆਂ ਨੂੰ ਚਰਾਂਦ ਵਿੱਚ ਚਾਰਨ ਲੈ ਕੇ ਆਉਂਦੇ। ਇਸ ਬਹਾਨੇ ਨਾਲ ਹੀ ਇੱਕ ਸੰਜੋਗ ਹੁੰਦਾ ਹੈ, ਬੂਤ ਤੇ ਰੂਹ ਦਾ, ਇੱਕ ਸੰਤ ਤੇ ਸੇਵਕ ਦਾ, ਇੱਕ ਦਾਤੇ ਤੇ ਮੰਗਤੇ ਦਾ। ਕਈ ਆਦਮੀ ਤਾਂ ਇਹੋ ਜਿਹੇ ਮਹਾਂਪੁਰਸ਼ਾਂ ਦੀ ਛਤਰ ਛਾਇਆ ਥੱਲੇ ਰਹਿ ਕੇ ਵੀ ਕੁਝ ਪ੍ਰਾਪਤ ਨਹੀਂ ਕਰ ਸਕਦਾ, ਕਿਉਂਕਿ ਉਹਨਾਂ ਦਾ ਮਨ ਨਹੀਂ ਟਿਕਦਾ ਤੇ ਆਪਣੇ ਗੁਰੂ ਦੀ ਰਮਝ, ਗੁਰੂ ਦੇ ਇਸ਼ਾਰੇ ਨੂੰ ਨਹੀਂ ਸਮਝਦਾ ਹੈ। ਫਿਰ ਇਹ ਕੁਝ ਦੇਖ ਕੇ ਉਹਨਾਂ 'ਤੇ ਕੀਤੇ 'ਤੇ ਫੁੱਲ ਚੜ੍ਹਾਉਂਦਾ ਹੈ ਤੇ ਸਦਾ ਲਈ ਉਹਨਾਂ ਦਾ ਹੀ ਹੋ ਜਾਂਦਾ ਹੈ। ਮਹਾਂਪੁਰਖ ਦੀ ਕਰਨੀ ਦਾ ਅਸਰ ਹੋ ਜਾਂਦਾ ਹੈ। ਐਸੇ ਪੁਰਸ਼ ਨੂੰ ਜਗਿਆਸੂ ਕਿਹਾ ਹੈ, ਜੋ ਵਿਰਲੇ ਹੀ ਮਿਲਦੇ ਹਨ। ਜਿਵੇਂ ਫਰਮਾਨ ਹੈ, ਹੈਨ ਵਿਰਲੇ ਨਾਹੀਂ ਘਣੇ, ਫੈਲ ਫਕੜ ਸੰਸਾਰ। ਆਪ ਜੀ ਨੂੰ ਪਹਿਲਾਂ ਕੀਤੀ ਸੇਵਾ ਸਦਕਾ ਹੀ ਬਾਬਾ ਜੀ ਨੂੰ ਸਮਝਣ ਵਿੱਚ ਕੋਈ ਤਕਲੀਫ ਨਹੀਂ ਹੋਈ। ਸੰਤ ਬਹਾਲ ਦਾਸ ਜੀ ਦੀ ਭਾਵਨਾ ਵੱਧਦੀ ਗਈ। ਆਪ ਨੇ ਨਿੱਤ ਨਵੇਂ ਕੌਤਕ ਦੇਖਣੇ। ਇਹ ਕੌਤਕ ਉਹਨਾਂ ਆਪਣੇ ਮੁਖ ਤੋਂ ਹੀ ਲੇਖਕ ਦੇ ਮਾਤਾ ਪਿਤਾ ਜੀ ਨੂੰ ਸੁਣਾਏ, ਜੋ ਕਿ ਬਾਬਾ ਜੀ ਦੇ ਹਜ਼ੂਰੀ ਸੇਵਕ ਸਨ। ਸੰਤ ਬਹਾਲ ਦਾਸ ਜੀ ਦੀ ਜ਼ਬਾਨੀ ਬਚਨ ਸਨ। ਗਰਮੀ ਦਾ ਮੌਸਮ ਸੀ। ਅਸੀਂ ਸਾਰੇ ਰੋਜ਼ ਦੀ ਤਰ੍ਹਾਂ ਆਪ ਦੇ ਕੋਲ ਆਪਣੇ ਪਸ਼ੂਆਂ ਨੂੰ ਚਰਾਂਦਾਂ ਵਿੱਚ ਲੈ ਆਏ। ਪਸ਼ੂ ਅਸੀਂ ਚਰਾਂਦੇ ਛੱਡ ਦਿੱਤੇ ਤੇ ਆਪ ਬਾਬਾ ਜੀ ਪਾਸ ਆ ਗਏ। ਬਾਬਾ ਜੀ ਸਾਨੂੰ ਦੇਖ ਕੇ ਪ੍ਰਸੰਨ ਹੋਏ ਤੇ ਕਹਿਣ ਲੱਗੇ, ਆਓ ਬੱਚਿਓ, ਆਪਾਂ ਖੇਡਣ ਲੱਗੀਏ ਤੇ ਸਾਰਾ ਦਿਨ ਖੇਡਾਂ ਖੇਡਦੇ ਰਹਾਂਗੇ।
ਅਸੀਂ ਕਿਹਾ, ਬਾਬਾ ਜੀ, ਅਸੀਂ ਤਾਂ ਅੱਜ ਆਪਣੇ ਨਾਲ ਜੋ ਰੋਟੀ ਬੰਨ੍ਹ ਕੇ ਲਿਆਉਂਦੇ ਸੀ ਭੁੱਲ ਆਏ ਹਾਂ ਤੇ ਸਾਨੂੰ ਭੁੱਖ ਲੱਗੇਗੀ। ਅਸੀਂ ਥੋੜ੍ਹੀ ਦੇਰ ਨੂੰ ਘਰ ਮੁੜ ਜਾਣਾ ਹੈ। ਆਪ ਜੀ ਨੇ ਕਿਹਾ, ਜੇ ਤੁਹਾਨੂੰ ਇੱਥੇ ਹੀ ਕੁਛ ਖਵਾ ਦਈਏ ਤਾਂ ਅਸੀਂ ਝੁਰਮਟ ਪਾ ਲਿਆ ਤੇ ਲਿਆਓ ਜੀ, ਲਿਆਓ ਜੀ। ਆਪ ਜੀ ਨੇ 1 ਰੁਪਇਆ ਕੱਢ ਕੇ ਦਿੱਤਾ ਤੇ ਕਿਹਾ, ਇਹ ਰੁਪਏ ਦੀਆਂ ਰਿਓੜੀਆਂ ਲਿਆਓ, ਇਸ ਵਿੱਚੋਂ ਕੋਈ ਪੈਸਾ ਮੋੜ ਕੇ ਨਹੀਂ ਲਿਆਉਣਾ। ਇੱਕ ਮੁੰਡੇ ਨੇ ਇਹ ਰੁਪਇਆ ਲੈ ਕੇ ਪਿੰਡ ਵੱਲ ਚਲਾ ਗਿਆ ਤੇ ਜਾ ਕੇ 8 ਆਨੇ ਦੀਆਂ ਰਿਓੜੀਆਂ ਖਰੀਦ ਲਈਆਂ ਤੇ 8 ਆਨੇ ਆਪਣੇ ਜੇਬ ਵਿੱਚ ਪਾ ਲਏ। ਰਿਓੜੀਆਂ ਲੈ ਕੇ ਆਏ ਮੁੰਡੇ ਕੋਲੋਂ ਰਿਓੜੀਆਂ ਲੈ ਕੇ ਬਾਬਾ ਜੀ ਨੇ ਕਿਹਾ, ਹੁਣ ਬਹਿ ਜਾਓ ਸਾਰੇ ਇੱਕ ਪੰਗਤ ਲਾਈਨ ਬਣਾ ਕੇ। ਇਹ ਸੁਣ ਅਸੀਂ ਸਾਰੇ ਲਾਈਨ ਵਿੱਚ ਬੈਠ ਗਏ ਤੇ ਰਿਓੜੀਆਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ। ਹੋਰ ਜੋ ਵੀ ਕੋਈ ਆਇਆ ਸਭ ਨੂੰ ਰਿਓੜੀਆਂ ਰੱਜ ਕੇ ਖਵਾਈਆਂ। ਪਰ ਧੰਨ ਉਹਨਾਂ ਦੀ ਲੀਲਾ, ਰਿਓੜੀਆਂ ਓਨੀਆਂ ਹੀ ਪਈਆਂ ਸਨ। ਜਦੋਂ ਸਾਰੇ ਪ੍ਰਸੰਨ ਹੋ ਗਏ ਤਾਂ ਰਿਓੜੀਆਂ ਲਿਆਉਣ ਵਾਲੇ ਨੂੰ ਬੁਲਾ ਲਿਆ ਤੇ ਕਿਹਾ, ਲਿਆ ਬਈ 8 ਆਨੇ ਮੋੜ ਜੋ ਤੂੰ ਆਪਣੀ ਜੇਬ ਵਿੱਚ ਪਾ ਲਏ ਹਨ। ਉਸ ਨੇ ਚੁੱਪਚਾਪ ਸ਼ਰਮਿੰਦਾ ਹੁੰਦੇ 8 ਆਨੀ ਦੇ ਦਿੱਤੀ। ਉਸ ਨੂੰ ਬਾਬਾ ਜੀ ਅੱਗੇ ਤੋਂ ਇਸ ਤਰ੍ਹਾਂ ਨਾ ਕਰਨ ਦੀ ਤਾਕੀਦ ਕਰ ਦਿੱਤੀ। ਦੁਪਹਿਰ ਦਾ ਸਮਾਂ ਹੋ ਗਿਆ। ਅਸੀਂ ਗਰਮੀ ਨਾਲ ਵਿਆਕੁਲ ਹੋਣ ਲੱਗ ਪਏ। ਗਰਮੀ ਤੋਂ ਬਚਣ ਲਈ ਬਾਬਾ ਜੀ ਦੇ ਕੋਲ ਬ੍ਰਿਛ ਹੇਠ ਆ ਕੇ ਇਕੱਠੇ ਹੋ ਗਏ। ਸਾਰੇ ਪਸ਼ੂ ਵੀ ਦਰੱਖਤਾਂ ਹੇਠਾਂ ਆਪਣੇ ਆਪ ਨੂੰ ਛੁਪਾਉਣ ਲੱਗੇ। ਬਾਬਾ ਜੀ ਨੇ ਸਾਨੂੰ ਆਪਣੇ ਆਸਣ ਕੋਲ ਬੁਲਾ ਲਿਆ ਤੇ ਪੁੱਛਣ ਲੱਗੇ, ਕਿਉਂ ਮੁਰਝਾਏ ਹੋ? ਸਾਰਿਆਂ ਨੇ ਜਵਾਬ ਦਿੱਤਾ, ਮਹਾਰਾਜ, ਗਰਮੀ ਬਹੁਤ ਹੈ। ਅੱਛਾ, ਚੰਗਾ, ਗਾਓ ਫਿਰ ਗੀਤ, ਰੱਬਾ ਰੱਬਾ ਮੀਂਹ ਵਰਸਾ, ਫਿਰ ਸਾਨੂੰ ਗਰਮੀ ਤੋਂ ਬਚਾ। ਬਹਾਲ ਦਾਸ ਜੀ ਦੱਸਦੇ ਹਨ ਕਿ ਅਸੀਂ ਗਾਉਂਦੇ ਚਲੇ ਗਏ। ਥੋੜ੍ਹੀ ਹੀ ਦੇਰ ਬਾਅਦ ਇੱਕ ਛੋਟਾ ਜਿਹਾ ਬੱਦਲ ਆ ਗਿਆ ਅਤੇ ਬਾਰਿਸ਼ ਸ਼ੁਰੂ ਹੋ ਗਈ। ਗਰਮੀ ਦੂਰ ਹੋ ਗਈ ਅਤੇ ਅਸੀਂ ਸਾਰੇ ਨਹਾਉਂਦੇ ਰਹੇ। ਦੇਖਿਆ, ਤੁਹਾਡੇ ਗੀਤ 'ਤੇ ਖੁਸ਼ ਹੋ ਕੇ ਰੱਬ ਨੇ ਮੀਂਹ ਪਾ ਦਿੱਤਾ ਹੈ। ਸੰਤ ਬਹਾਲ ਦਾਸ ਜੀ ਦੱਸਦੇ ਸਨ ਕਿ ਇਹ ਕੌਤਕ ਪ੍ਰਤੱਖ ਦੇਖ ਕੇ ਮੇਰੇ ਮਨ ਦੀ ਅਵਸਥਾ ਹੀ ਬਦਲ ਗਈ। ਮਨ ਵਿੱਚ ਪੂਰਨ ਵਿਸ਼ਵਾਸ ਹੋ ਗਿਆ ਕਿ ਇਹ ਪੂਰਨ ਹਨ। ਫਿਰ ਮੌਸਮ ਸਾਫ਼ ਹੋਣ 'ਤੇ ਆਪ ਸਾਡੇ ਨਾਲ ਖੇਡਦੇ ਰਹੇ। ਸੰਤ ਬਹਾਲ ਦਾਸ ਜੀ ਦੱਸਦੇ ਹਨ, ਇੱਕ ਦਿਨ ਕੁਝ ਆਜੜੀ ਆਪਣੀਆਂ ਬੱਕਰੀਆਂ ਚਰਾਂਦੇ ਲੈ ਆਏ। ਆਪ ਪ੍ਰਸੰਨ ਹੋਇਆਂ ਨੇ ਕਿਹਾ, ਆਓ ਤੁਹਾਨੂੰ ਦਸੀਏ। ਇੱਕ ਆਜੜੀ ਨੇ ਕਿਹਾ, ਮੇਰੀਆਂ ਬੱਕਰੀਆਂ ਕਿੰਨੀਆਂ ਤੇ ਕਿਹੜੀਆਂ ਹਨ? ਇਹਨਾਂ ਵਿੱਚੋਂ ਕਿਹੜੀਆਂ-ਕਿਹੜੀਆਂ ਸੂਣ ਵਾਲੀਆਂ ਹਨ? ਆਪ ਨੇ ਇੱਕ ਸੋਟੀ ਲਈ ਤੇ ਹੱਸਦੇ ਹੋਏ ਬੱਕਰੀਆਂ ਵਿੱਚ ਚਲੇ ਗਏ। ਇੱਕ ਤੇ ਸੋਟੀ ਲਾ ਕੇ ਦੱਸਿਆ ਕਿ ਇਹ ਤੇਰੀਆਂ ਹਨ ਤੇ ਬਾਕੀ ਲੋਕਾਂ ਦੀਆਂ ਚਰਾਉਣ ਲਈ ਲੈ ਕੇ ਆਇਆ ਹੈ। ਗਿਣਤੀ ਕਰਕੇ ਦੱਸ ਦਿੱਤੀਆਂ, ਇੰਨੀਆਂ ਸੂਣ ਵਾਲੀਆਂ ਹਨ। ਚਰਾਉਣ ਵਾਲੀਆਂ ਦੇ ਪੈਸੇ ਲੈਂਦਾ ਹੈ। ਫਿਰ ਆਜੜੀ ਨੇ ਕਿਹਾ, ਇਹ ਸੂਣਗੀਆਂ ਕਦੋਂ? ਆਪ ਨੇ ਕਿਹਾ, ਪਹਿਲੀ ਗੱਲ ਤੇ ਤੈਨੂੰ ਯਕੀਨ ਨਹੀਂ ਆਇਆ, ਇਸ ਕਰਕੇ ਤੇਰੀਆਂ 3 ਬੱਕਰੀਆਂ ਤਾਂ ਅੱਜ ਇੱਥੇ ਹੀ ਸੂਣਗੀਆਂ ਤੇ ਬਾਕੀ ਬੱਚੇ ਸੁੱਟ ਦੇਣਗੀਆਂ। ਆਜੜੀ ਨੇ ਫਿਰ ਕਿਹਾ ਕਿ ਇਹ ਤਾਂ ਅਜੇ 20 ਦਿਨ ਨਹੀਂ ਸੂਣਗੀਆਂ ਮੇਰੇ ਹਿਸਾਬ ਨਾਲ। ਗੁੱਸੇ ਦੇ ਅੰਦਾਜ਼ ਵਿੱਚ ਬੋਲਿਆ, ਤੁਸੀਂ ਕੀ ਪੈਗੰਬਰ ਹੋ? ਬਾਬਾ ਜੀ ਨੇ ਫਿਰ ਕੋਈ ਬਚਨ ਨਾ ਕੀਤਾ ਤੇ ਚੁੱਪ ਕਰ ਗਏ। ਦੁਪਹਿਰ ਤੋਂ ਬਾਅਦ 3 ਬੱਕਰੀਆਂ ਸੂ ਪਈਆਂ। ਆਜੜੀ ਮਨ ਵਿੱਚ ਕੁਝ ਵਿਸ਼ਵਾਸ ਕਰਕੇ ਡਰਦਾ ਬਾਬਾ ਜੀ ਕੋਲ ਆ ਕੇ ਕਹਿਣ ਲੱਗਾ, ਜੀ, ਤੁਹਾਡਾ ਕਿਹਾ ਤਾਂ ਸੱਚ ਹੈ। ਬਾਬਾ ਜੀ ਨੇ ਫਿਰ ਕੋਈ ਬਚਨ ਨਾ ਕੀਤਾ। ਉਹ ਉੱਠ ਕੇ ਚਲਾ ਗਿਆ। ਸ਼ਾਮ ਨੂੰ ਘਰ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਕੁਝ ਬੱਕਰੀਆਂ ਬਿਮਾਰ ਹੋ ਗਈਆਂ। ਰਾਤ ਦਾ ਸਮਾਂ ਹੋਇਆ ਤਾਂ ਬੱਕਰੀਆਂ ਨੇ ਬੱਚੇ ਸੁੱਟ ਦਿੱਤੇ ਤੇ ਫਿਰ ਹੋਸ਼ ਆਈ ਕਿ ਮਹਾਂਪੁਰਖਾਂ ਦਾ ਬਚਨ ਸੱਚ ਹੋ ਗਿਆ ਹੈ। ਸਵੇਰੇ ਹੁੰਦਿਆਂ ਹੀ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਬਾਬਾ ਜੀ ਕੋਲ ਆ ਗਿਆ। ਰੋ ਕੇ ਆਪਣੀ ਸਾਰੀ ਵਿਥਿਆ ਸੁਣਾਉਣ ਲੱਗ ਪਿਆ।
ਤੇ ਮਾਫੀ ਮੰਗੀ। ਮਹਾਰਾਜ ਬਖਸ਼ੋ ਮੈਨੂੰ। ਆਪ ਨੇ ਬਚਨ ਕੀਤਾ, ਚੰਗਾ ਜੋ ਹੋਣਾ ਸੀ ਹੋ ਗਿਆ, ਪਰ ਤੇਰੀਆਂ ਬੱਕਰੀਆਂ ਬਹੁਤ ਦੁੱਧ ਦੇਣਗੀਆਂ ਅਤੇ ਸਾਰਾ ਘਾਟਾ ਦੁੱਧ ਨਾਲ ਪੂਰਾ ਕਰ ਦੇਣਗੀਆਂ। ਫਿਰ ਸੰਤ ਬਹਾਦਰ ਦਾਸ ਜੀ ਦੱਸਦੇ ਹਨ ਕਿ ਇਹ ਬਚਨ ਸੱਚ ਹੋਇਆ। ਬੱਕਰੀਆਂ ਨੇ ਦੁੱਧ ਕਾਫੀ ਵੱਧ ਦਿੱਤਾ। ਕੁਝ ਦਿਨਾਂ ਪਿੱਛੋਂ ਇਹ ਆਜੜੀ ਫਿਰ ਆ ਗਿਆ ਤੇ ਬਾਬਾ ਜੀ ਅੱਗੇ ਬੇਨਤੀ ਕੀਤੀ, ਮਹਾਰਾਜ ਆਪ ਇੱਥੇ ਇਕੱਲੇ ਹੋ, ਭੋਜਨ ਤੁਹਾਨੂੰ ਕੌਣ ਦਿੰਦਾ ਹੈ? ਆਪ ਨੇ ਬਚਨ ਕੀਤਾ, ਉਹ ਮਾਲਕ ਦਿੰਦਾ ਹੈ। ਜੇ ਦੇ ਦੇਵੇ ਤਾਂ ਖਾ ਲੈਂਦੇ ਹਾਂ, ਜੇ ਨਾ ਦੇਵੇ ਤਾਂ ਭੁੱਖੇ ਹੀ ਕੱਟ ਲਈਦਾ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।